गुड मॉर्निंग स्टूडेंट्स, प्यारे बच्चों। ਅਸੀਂ ਆਪਣੇ ਲਾਸਟ ਲੈਕਚਰ ਦੇ ਵਿੱਚ ਡੌਬੀ ਵੀਵਿੰਗ ਬਾਰੇ ਡਿਸਕਸ ਕਰਦੇ ਪਏ ਸੀ। ਅੱਜ ਅਸੀਂ ਡੌਬੀ ਵੀਵਿੰਗ ਦੇ ਵਿੱਚ ਮੇਨਲੀ ਟੌਪਿਕ ਜਿਹੜਾ ਡਿਸਕਸ ਕਰਾਂਗੇ ਦੈਟ ਇਜ਼ ਦਾ ਕੰਪੈਰੀਜ਼ਨ ਬਿਟਵੀਨ ਦਾ ਨੈਗੇਟਿਵ ਐਂਡ ਪੋਜ਼ਿਟਿਵ ਡੌਬੀ। ਨੈਗੇਟਿਵ ਤੇ ਪੋਜ਼ਿਟਿਵ ਡੌਬੀ ਕੀ ਹੁੰਦੀ ਹੈ ਤੇ ਉਹਨਾਂ ਦਾ ਆਪਸ ਵਿੱਚ ਕੰਪੈਰੀਜ਼ਨ ਕੀ ਹੈ, ਕਿਸ ਤਰ੍ਹਾਂ ਉਹ ਇੱਕ ਦੂਸਰੇ ਤੋਂ ਡਿਫਰ ਕਰਦੇ ਹਨ। ਫਸਟ ਆਫ ਆਲ, positive Dobby. The Dobby which can raise and lower the heel shaft without any use of additional reversing mechanism is called positive Dobby. ਉਹ Dobby ਜਿਹੜੀ heel shaft ਨੂੰ raise ਵੀ ਕਰ ਸਕਦੀ ਹੈ, raise means lift ਕਰ ਸਕਦੀ ਹੈ, which can raise ਜਿਹੜੀ heel shaft ਨੂੰ raise ਵੀ ਕਰ ਸਕਦੀ ਹੈ ਤੇ ਉਹੀ Dobby heel shaft ਨੂੰ ਲੋਅਰ ਪੋਜੀਸ਼ਨ ਤੇ ਵੀ ਲੈ ਕੇ ਜਾਂਦੀ ਹੈ, ਮੀਨਸ ਡਾਊਨ ਪੋਜੀਸ਼ਨ ਤੇ ਵੀ ਲੈ ਕੇ ਜਾਂਦੀ ਹੈ। ਮੀਨਸ ਉਹ ਡੌਬੀ ਜਿਹੜੀ ਹੀਲ ਸ਼ਾਫਟ ਦੀ ਰੇਜ਼ਿੰਗ ਮੂਵਮੈਂਟ ਨੂੰ ਵੀ ਕੰਟਰੋਲ ਕਰਦੀ ਹੈ ਤੇ ਡਾਊਨ ਮੂਵਮੈਂਟ ਨੂੰ ਵੀ ਕੰਟਰੋਲ ਕਰਦੀ ਹੈ ਵਿਦਆਊਟ ਐਨੀ ਯੂਜ਼ ਆਫ ਐਨੀ ਐਡੀਸ਼ਨਲ ਮੈਕੈਨਿਜ਼ਮ ਜਾਂ ਰਿਵਰਸਿੰਗ ਮੈਕੈਨਿਜ਼ਮ। ਉਸ ਨੂੰ ਕਿਸੇ ਐਡੀਸ਼ਨਲ ਮੈਕੈਨਿਜ਼ਮ ਦੀ ਲੋੜ ਨਹੀਂ ਪੈਂਦੀ ਹੀਲ ਸ਼ਾਫਟ ਨੂੰ ਟੌਪ ਤੋਂ ਬਾਟਮ ਤੇ ਲਿਆਉਣ ਲਈ। ਠੀਕ ਹੈ, ਉਹ ਸਾਰਾ ਟੌਪ ਤੋਂ ਬਾਟਮ ਤੇ ਲਿਆਉਣ ਦਾ ਕੰਮ ਵੀ ਡੌਬੀ ਹੀ ਕਰਦੀ ਹੈ। ਅਗਰ ਡੌਬੀ ਹੀਲ ਸ਼ਾਫਟ ਨੂੰ ਰੇਜ਼ ਕਰਦੀ ਹੈ ਤਾਂ ਉਸ ਨੂੰ ਡਾਊਨ ਪੋਜੀਸ਼ਨ ਤੇ ਲਿਜਾਣ ਦਾ ਕੰਮ ਵੀ ਡੌਬੀ ਹੀ ਕਰਦੀ ਹੈ ਵਿਦਆਊਟ ਐਨੀ ਯੂਜ਼ ਆਫ ਐਨੀ ਐਡੀਸ਼ਨਲ ਮੈਕੈਨਿਜ਼ਮ। ਇਸ ਤਰ੍ਹਾਂ ਦੀ ਡੌਬੀ ਨੂੰ ਅਸੀਂ ਪੋਜ਼ਿਟਿਵ ਡੌਬੀ ਕਹਿੰਦੇ ਹਾਂ। ਦਿਸ ਇਜ਼ ਯੋਰ ਪੋਜ਼ਿਟਿਵ ਡੌਬੀ। ਨੈਗੇਟਿਵ ਡੌਬੀ, ਦਿਸ ਕਾਈਂਡ ਆਫ ਡੌਬੀ ਓਨਲੀ ਰੇਜ਼ ਦਾ ਸ਼ਾਫਟ। ਇਸ ਤਰ੍ਹਾਂ ਦੀ ਨੈਗੇਟਿਵ ਡੌਬੀ ਉਹ ਡੌਬੀ ਹੁੰਦੀ ਹੈ ਜਿਹੜੀ ਸਿਰਫ ਸ਼ਾਫਟ ਨੂੰ ਰੇਜ਼ ਕਰ ਸਕਦੀ ਹੈ, ਉਸਨੂੰ ਡਾਊਨ ਪੋਜੀਸ਼ਨ ਤੇ ਵਾਪਸ ਨਹੀਂ ਲਿਜਾ ਸਕਦੀ। ਮੀਨਸ ਉਹ ਸਿਰਫ ਇੱਕ ਹੀ ਕੰਮ ਕਰ ਸਕਦੀ ਹੈ, ਉਹ ਸਿਰਫ ਇਟ ਕੈਨ ਓਨਲੀ ਰੇਜ਼ ਦਾ ਹੀਲ ਸ਼ਾਫਟ। ਉਹ ਸਿਰਫ ਹੀਲ ਸ਼ਾਫਟ ਨੂੰ ਰੇਜ਼ ਕਰ ਸਕਦੀ ਹੈ ਬਟ ਉਸਨੂੰ ਡਾਊਨ ਲੋਅਰ ਪੋਜੀਸ਼ਨ ਤੇ ਨਹੀਂ ਲਿਜਾ ਸਕਦੀ। ਉਹ ਅਸੀਂ ਲੋਅਰਿੰਗ ਆਫ ਸ਼ਾਫਟ ਵੀ ਕੈਰੀਡ ਆਊਟ ਬਾਈ ਯੂਜ਼ਿੰਗ ਸਪਰਿੰਗ ਅੰਡਰ ਮੋਸ਼ਨ। ਉਹ ਅਸੀਂ ਹੀਲ ਸ਼ਾਫਟ ਨੂੰ ਟੌਪ ਤੋਂ ਬਾਟਮ ਤੇ ਡਾਊਨ ਪੋਜੀਸ਼ਨ ਤੇ ਲਿਜਾਣ ਦਾ ਕੰਮ ਅਸੀਂ ਕਰਦੇ ਹਾਂ ਵਿਦ ਦੀ ਹੈਲਪ ਆਫ ਸਪਰਿੰਗ। ਜਿਸ ਤਰ੍ਹਾਂ ਤੁਸੀਂ ਇਹ ਨੈਗੇਟਿਵ ਮੋਸ਼ਨ ਦੇ ਵਿੱਚ ਦੇਖ ਰਹੇ ਹੋ, ਇਹ ਨੈਗੇਟਿਵ ਡੌਬੀ ਸ਼ੈਡਿੰਗ ਮੈਕੈਨਿਜ਼ਮ ਹੈ। ਜਿਸ ਤਰ੍ਹਾਂ ਤੁਹਾਡੀ ਕੇਗਲੇ ਡੌਬੀ, ਹੈਟਰਸਲੇ ਡੌਬੀ, ਇਹ ਦੇਖੋ, ਇਹ ਜਿਹੜਾ ਜੈਕ ਲੀਵਰ ਹੈ ਇਹ ਹੀਲ ਸ਼ਾਫਟ ਨੂੰ ਰੇਜ਼ ਕਰ ਦਿੰਦਾ ਹੈ, ਰੇਜ਼ ਕਰ ਦਿੰਦਾ ਹੈ। ਬਟ ਇਹ ਜਿਹੜੀ ਡੌਬੀ ਹੈ ਹੀਲ ਸ਼ਾਫਟ ਨੂੰ ਨੀਚੇ ਨਹੀਂ ਲਿਜਾ ਸਕਦੀ। ਆ ਦੇਖੋ, ਨੀਚੇ ਨਹੀਂ ਲਿਜਾ ਸਕਦੀ। ਇਸ ਨੂੰ ਨੀਚੇ ਲਿਜਾਣ ਲਈ ਅਸੀਂ ਕੀ ਕੀਤਾ, ਹੀਲ ਸ਼ਾਫਟ ਦੇ ਨੀਚੇ ਅਸੀਂ ਸਪਰਿੰਗ ਲਗਾਤੇ। ਇੱਕ ਸਪਰਿੰਗ ਇਹ ਲਗਾਤਾ, ਇੱਕ ਸਪਰਿੰਗ ਇਹ ਲਗਾਤਾ। ਇਹ ਦੇਖੋ, ਹੀਲ ਸ਼ਾਫਟ ਦੇ ਨੀਚੇ ਉਸ ਨੂੰ ਵਾਪਸ ਟੌਪ ਤੋਂ ਜਦੋਂ ਹੀਲ ਸ਼ਾਫਟ ਰੇਜ਼ ਹੋ ਜਾਂਦੀ ਹੈ ਤਾਂ ਉਸ ਨੂੰ ਡਾਊਨ ਪੋਜੀਸ਼ਨ ਤੇ ਲਿਜਾਣ ਲਈ, ਵਾਪਸ ਬੈਕ ਪੋਜੀਸ਼ਨ ਤੇ ਲਿਜਾਣ ਲਈ, ਆਪਣੀ ਇਨੀਸ਼ੀਅਲ ਪੋਜੀਸ਼ਨ ਤੇ ਜਾਂ ਡਾਊਨ ਪੋਜੀਸ਼ਨ ਤੇ ਲਿਜਾਣ ਲਈ ਅਸੀਂ ਕੀ ਹੈ, ਹੀਲ ਸ਼ਾਫਟ ਦੇ ਨੀਚੇ ਫਰੇਮ ਤੇ ਅਸੀਂ ਕੀ ਹੈ, ਸਪਰਿੰਗ ਅਟੈਚ ਕਰ ਦਿੰਦੇ। ਦਿਸ ਇਜ਼ ਯੋਰ ਸਪਰਿੰਗ। ਇਹ ਤੁਹਾਡੇ ਸਪਰਿੰਗ ਹੀਲ ਸ਼ਾਫਟ ਤੇ ਬਾਟਮ ਤੇ ਅਟੈਚ ਕਰ ਦਿੰਦੇ। ਤੇ ਜਦੋਂ ਕੀ ਹੁੰਦਾ, ਜਦੋਂ ਡੌਬੀ with the help of jack lever, this is your jack lever, ਇਸ ਜੈਕ ਲੀਵਰ ਦੀ ਹੈਲਪ ਦੇ ਨਾਲ ਜਦੋਂ ਡੌਬੀ ਇਸ ਨੂੰ ਰੇਜ਼ ਕਰ ਦਿੰਦੀ ਹੈ, ਹੀਲ ਸ਼ਾਫਟ ਨੂੰ ਰੇਜ਼ ਕਰ ਦਿੰਦੀ ਹੈ ਤਾਂ ਟੌਪ ਸ਼ੈਡ ਬਣਾ ਦੇਗੀ। ਹੁਣ ਇਸ ਨੂੰ ਵਾਪਸ ਡਾਊਨ ਪੋਜੀਸ਼ਨ ਤੇ ਲੈ ਜਾਣ ਲਈ ਅਸੀਂ ਕੀ ਕੀਤਾ, ਇਹਦੇ ਨੀਚੇ ਸਪਰਿੰਗ ਲਗਾਤੇ। ਨਹੀਂ ਤੇ ਪੋਜ਼ਿਟਿਵ ਡੌਬੀ ਦੇ ਵਿੱਚ ਕੀ ਸੀ ਕਿ ਅਗਰ ਡੌਬੀ ਇਸ ਹੀਲ ਸ਼ਾਫਟ ਨੂੰ ਰੇਜ਼ ਕਰ ਰਹੀ ਹੈ ਤਾਂ ਉਹ ਇਸ ਨੂੰ ਡਾਊਨ ਵੀ ਲੈ ਕੇ ਜਾ ਰਹੀ ਹੈ, ਉਹ ਦੋਨੇ ਕੰਮ ਕਰਦੀ ਪਈ ਹੈ। that is your positive Dobby। but negative Dobby ਦੇ ਵਿੱਚ ਕੀ ਹੈ, ਸਿਰਫ ਉਹ ਹੀਲ ਸ਼ਾਫਟ ਰੇਜ਼ ਕਰ ਸਕਦੀ ਹੈ, ਡਾਊਨ ਤੇ ਹੀਲ ਸ਼ਾਫਟ ਨੂੰ ਵਾਪਸ ਨਹੀਂ ਲੈ ਕੇ ਜਾ ਸਕਦੀ। ਅਸੀਂ ਇਸ ਲਈ ਹੀਲ ਸ਼ਾਫਟ ਨੂੰ ਡਾਊਨ ਪੋਜੀਸ਼ਨ ਤੇ ਵਾਪਸ ਲਿਆਉਣ ਲਈ ਅਸੀਂ ਉਸ ਦੇ ਬਾਟਮ ਤੇ ਕੀ ਕਰਦੇ ਨੇ, ਸਪਰਿੰਗ ਅਟੈਚ ਕਰਦੇ ਨੇ, ਜਿਸ ਤਰ੍ਹਾਂ ਤੁਸੀਂ ਇਸ ਫਿਗਰ ਦੇ ਵਿੱਚ ਦੇਖ ਪਾ ਰਹੇ ਹੋ। ਨੈਕਸਟ ਹੈ ਕੰਪੈਰੀਜ਼ਨ ਬਿਟਵੀਨ ਦਾ ਪੋਜ਼ਿਟਿਵ ਐਂਡ ਨੈਗੇਟਿਵ ਡੌਬੀ। ਇਹ ਪੋਜ਼ਿਟਿਵ ਡੌਬੀ ਤੇ ਨੈਗੇਟਿਵ ਡੌਬੀ ਦਾ ਕੰਪੈਰੀਜ਼ਨ ਹੈ। ਦਾ ਡੌਬੀ ਵਿਚ ਕੈਨ ਰੇਜ਼ ਔਰ ਲੋਅਰ ਦਾ ਹੀਲ ਸ਼ਾਫਟ। ਪੋਜ਼ਿਟਿਵ ਡੌਬੀ ਉਹ ਜਿਹੜੀ ਹੀਲ ਸ਼ਾਫਟ ਨੂੰ ਰੇਜ਼ ਵੀ ਕਰ ਸਕਦੀ ਹੈ ਤੇ ਲੋਅਰ ਵੀ ਕਰ ਸਕਦੀ ਹੈ। ਨੈਗੇਟਿਵ ਡੌਬੀ ਇਟ ਕੈਨ ਰੇਜ਼ ਦਾ ਹੀਲ ਸ਼ਾਫਟ ਐਂਡ ਲੋਅਰਿੰਗ ਇਜ਼ ਡਨ ਬਾਈ ਮੀਨਸ ਆਫ ਅਦਰ ਮੈਕੈਨਿਜ਼ਮ। ਇਹ ਜਿਹੜੀ ਨੈਗੇਟਿਵ ਡੌਬੀ ਹੈ ਇਹ ਸਿਰਫ ਹੀਲ ਸ਼ਾਫਟ ਨੂੰ ਰੇਜ਼ ਕਰ ਸਕਦੀ ਹੈ। ਠੀਕ ਹੈ, ਲੋਅਰਿੰਗ ਵਾਸਤੇ ਹੀਲ ਸ਼ਾਫਟ ਦੀ ਲੋਅਰਿੰਗ ਵਾਸਤੇ ਥੱਲੇ ਲਿਆਉਣ ਲਈ ਅਸੀਂ ਐਡੀਸ਼ਨਲ ਮੈਕੈਨਿਜ਼ਮ ਯੂਜ਼ ਕਰਦੇ ਹਾਂ, ਜਿਸ ਤਰ੍ਹਾਂ ਤੁਹਾਨੂੰ ਮੈਂ ਦੱਸਿਆ ਫਿਗਰ ਦੇ ਵਿੱਚ ਸਪਰਿੰਗ ਵਗੈਰਾ ਯੂਜ਼ ਕਰ ਲਾਂਗੇ। Additional arrangement is not required। ਪੋਜ਼ਿਟਿਵ ਡੌਬੀ ਦੇ ਵਿੱਚ ਸਾਨੂੰ ਹੀਲ ਸ਼ਾਫਟ ਲਈ ਕੋਈ ਐਡੀਸ਼ਨਲ ਅਰੇਂਜਮੈਂਟ ਨਹੀਂ ਚਾਹੀਦਾ। ਮੀਨਸ
ਇਹ ਜਿਹੜੀ ਡੋਬੀ ਹੈ ਰੇਜ਼ ਵੀ ਕਰਦੀ ਹੈ ਤੇ ਲੋਅਰ ਵੀ ਕਰਦੀ ਹੈ, ਸਾਨੂੰ ਕਿਸੇ ਤਰ੍ਹਾਂ ਦੇ ਕੋਈ ਐਡੀਸ਼ਨਲ ਮੈਕੈਨਿਜ਼ਮ ਦੀ ਲੋੜ ਨਹੀਂ ਹੈ। ਬਟ ਇਸ ਨੈਗੇਟਿਵ ਡੋਬੀ ਦੇ ਵਿੱਚ ਸਾਨੂੰ ਐਡੀਸ਼ਨਲ ਮੈਕੈਨਿਜ਼ਮ ਦੀ ਲੋੜ ਪੈਂਦੀ ਹੈ, ਜਿਸ ਤਰ੍ਹਾਂ ਡੈਡ ਵੇਟ ਸਪ੍ਰਿੰਗ ਐਕਸੈਟਰਾ। ਜਿਹੜੀ ਪੋਜ਼ਿਟਿਵ ਡੋਬੀ ਹੈ ਉਹ ਓਪਨ ਸ਼ੈਡ ਪ੍ਰੋਡਿਊਸ ਕਰਦੀ ਹੈ, ਪਰ ਜਿਹੜੀ ਨੈਗੇਟਿਵ ਡੋਬੀ ਹੈ ਉਹ ਕਲੋਜ਼ਡ ਜਾਂ ਸੈਮੀ ਓਪਨ ਸ਼ੈਡ ਪ੍ਰੋਡਿਊਸ ਕਰਦੀ ਹੈ। ਠੀਕ ਹੈ, ਜਿਹੜੀ ਪੋਜ਼ਿਟਿਵ ਡੋਬੀ ਹੈ ਇਹਦੀ ਸਪੀਡ ਸਲੋ ਹੁੰਦੀ ਹੈ, ਲੋ ਸਪੀਡ ਤੇ ਚੱਲਦੀ ਹੈ। ਜਿਹੜੀ ਨੈਗੇਟਿਵ ਡੋਬੀ ਹੁੰਦੀ ਹੈ ਉਹਦੀ ਸਪੀਡ ਹਾਈ ਹੁੰਦੀ ਹੈ। ਲੈਸ ਸਟ੍ਰੈਸ ਐਂਡ ਸਟ੍ਰੇਨ ਔਨ ਵਾਰ ਇਸ ਦਾ ਪੋਜ਼ਿਟਿਵ ਡੋਬੀ ਦਾ ਵਾਰ ਤੇ ਸਟ੍ਰੈਸ ਐਂਡ ਸਟ੍ਰੇਨ ਘੱਟ ਹੁੰਦਾ ਹੈ, ਪਰ ਨੈਗੇਟਿਵ ਡੋਬੀ ਦਾ ਸਟ੍ਰੇਨ ਲੈਵਲ ਔਨ ਦਾ ਵਾਰ ਉਹ ਜ਼ਿਆਦਾ ਹੁੰਦਾ ਹੈ। ਹੈਵੀ ਫੈਬਰਿਕ ਲਾਈਕ ਵਸਟਡ ਇਜ਼ ਪ੍ਰੋਡਿਊਸਡ। ਪੋਜ਼ਿਟਿਵ ਡੋਬੀ ਤੇ ਅਸੀਂ ਮੋਸਟਲੀ ਯੂਜ਼ ਕਰਦੇ ਹਾਂ ਫॉर द ਪ੍ਰੋਡਕਸ਼ਨ ਆਫ ਦਾ ਹੈਵੀ ਫੈਬਰਿਕ, ਜਿਸ ਤਰ੍ਹਾਂ ਵਸਟਡ ਦਾ ਫੈਬਰਿਕ ਹੋ ਗਿਆ, ਵੁਲਨ ਦਾ ਫੈਬਰਿਕ ਹੋ ਗਿਆ। ਬਟ ਨੈਗੇਟਿਵ ਡੋਬੀ ਅਸੀਂ ਮੇਨਲੀ ਯੂਜ਼ ਕਰਦੇ ਹਾਂ ਫॉर द ਪ੍ਰੋਡਕਸ਼ਨ ਆਫ ਲਾਈਟ ਫੈਬਰਿਕ, ਜਿਸ ਤਰ੍ਹਾਂ ਕਾਟਨ ਦਾ ਫੈਬਰਿਕ ਹੋ ਗਿਆ। ਠੀਕ ਹੈ, ਉਸ ਤੋਂ ਬਾਅਦ ਨੈਕਸਟ ਟੌਪਿਕ ਹੈ ਫਾਲਟਸ ਇਨ ਡੋਬੀ ਵੀਵਿੰਗ। ਡੋਬੀ ਵੀਵਿੰਗ ਦੇ ਵਿੱਚ ਫਾਲਟਸ ਕਿਹੜੇ ਨੇ? ਦ ਕਾਮਨ ਫਾਲਟਸ ਇਨ ਡੋਬੀ ਵੀਵਿੰਗ ਇਜ਼ ਦਾ ਜੈਕ ਮਿਸਿੰਗ, ਜਿਸ ਤਰ੍ਹਾਂ ਡੋਬੀ ਦੇ ਵਿੱਚ ਅਸੀਂ ਇਹ ਜੈਕ ਲੀਵਰ ਯੂਜ਼ ਕਰਦੇ ਸੀ, ਦਿਸ ਇਜ਼ ਯੋਰ ਜੈਕ ਲੀਵਰ। ਠੀਕ ਹੈ, ਇਹ ਜੈਕ ਕਈ ਵਾਰੀ ਹੀਲ ਸ਼ਾਫਟ ਨੂੰ ਨਹੀਂ ਰੇਜ਼ ਕਰ ਪਾਉਂਦਾ, ਇਸ ਨੂੰ ਕਹਿੰਦੇ ਆ ਜੈਕ ਮਿਸਿੰਗ। ਠੀਕ ਹੈ, ਕਿਉਂਕਿ ਹੀਲ ਸ਼ਾਫਟ ਰੇਜ਼ ਹੋ ਰਹੀ ਹੈ, ਹੀਲ ਸ਼ਾਫਟ ਨੂੰ ਰੇਜ਼ ਕੌਣ ਕਰ ਰਿਹਾ? ਜੈਕ। ਜਿਸ ਤਰ੍ਹਾਂ ਹੀ ਲਾਸਟ ਆਪਣੀ ਇਸ ਦੇ ਮੈਕੈਨਿਜ਼ਮ ਦੇ ਵਿੱਚ ਡਿਸਕਸ ਕੀਤਾ ਸੀ, ਜੈਕ ਨੂੰ ਮੋਸ਼ਨ ਮਿਲਦੀ ਹੈ ਬਲਕ ਲੀਵਰ ਤੋਂ। ਬਲਕ ਲੀਵਰ ਜੈਕ ਲੀਵਰ ਨੂੰ ਮੋਸ਼ਨ ਦਿੰਦਾ ਹੈ, ਜੈਕ ਲੀਵਰ ਜੋ ਹੀ ਰੇਜ਼ ਹੁੰਦਾ ਤੇ ਉਹ ਹੀਲ ਸ਼ਾਫਟਾਂ ਨੂੰ ਰੇਜ਼ ਕਰ ਦਿੰਦਾ, ਕਿਉਂਕਿ ਜਿਹੜੀ ਹੀਲ ਸ਼ਾਫਟ ਹੈ ਉਹ ਅਸੀਂ ਜੈਕ ਲੀਵਰ ਦੇ ਨਾਲ ਅਟੈਚ ਕੀਤੀ ਹੁੰਦੀ ਹੈ ਵਿਦ ਦੀ ਹੈਲਪ ਆਫ ਦਿਸ ਕੋਰਡ। ਇਹ ਜਿਹੜੀ ਕੋਰਡਸ ਹੁੰਦੀਆਂ, ਸੋ ਜੋ ਹੀ ਜੈਕ ਲੀਵਰ ਲਿਫਟ ਹੋਏਗਾ ਤਾਂ ਸਾਡੀ ਜਿਹੜੀ ਹੀਲ ਸ਼ਾਫਟ ਹੈ ਉਹ ਟੌਪ ਪੋਜੀਸ਼ਨ ਤੇ ਰੇਜ਼ ਹੋ ਜਾਏਗੀ। ਬਟ ਕਿਸੇ ਵਜ੍ਹਾ ਕਰਕੇ ਅਗਰ ਇਹ ਵਾਲਾ ਜੈਕ ਆਪਣਾ ਪ੍ਰੋਪਰ ਕੰਮ ਨਹੀਂ ਕਰਦਾ ਜਾਂ ਜੈਕ ਕਿਸੇ ਵਜ੍ਹਾ ਕਰਕੇ ਮਿਸ ਹੋ ਜਾਂਦਾ ਤਾਂ ਇਹੋ ਜਿਹੀ ਪ੍ਰੋਬਲਮ ਡੋਬੀ ਦੇ ਵਿੱਚ ਮੋਸਟ ਕਾਮਨਲੀ ਆਉਂਦੀ ਹੈ। ਜੇ ਜੈਕ ਹੀ ਨਹੀਂ ਰੇਜ਼ ਹੋਏਗਾ ਤਾਂ ਹੀਲ ਸ਼ਾਫਟ ਵੀ ਰੇਜ਼ ਨਹੀਂ ਹੋਏਗੀ। ਠੀਕ ਹੈ, ਉਸ ਨੂੰ ਅਸੀਂ ਕਹਿੰਦੇ ਹਾਂ ਮੋਸਟ ਕਾਮਨ ਪ੍ਰੋਬਲਮ ਇਨ ਦਾ ਡੋਬੀ ਇਜ਼ ਦਾ ਜੈਕ ਮਿਸਿੰਗ, that heel shaft is not lifted when required। ਕਿਉਂਕਿ ਹੀਲ ਸ਼ਾਫਟ ਨੂੰ ਰੇਜ਼ ਕਰਨਾ ਹੈ ਜੈਕ ਲੀਵਰ ਨੇ, ਤਾਂ ਕੀ ਹੈ ਅਗਰ ਜੈਕ ਲੀਵਰ ਹੀ ਰੇਜ਼ ਨਹੀਂ ਹੋਇਆ ਤਾਂ ਹੀਲ ਸ਼ਾਫਟ ਵੀ ਰੇਜ਼ ਨਹੀਂ ਹੋਈ ਜਦੋਂ ਸਾਨੂੰ ਚਾਹੀਦਾ ਸੀ। ਉਸ ਦੇ ਨਾਲ ਕੀ ਹੋਏਗਾ? ਵੈਫਟ ਫਲੋਟ ਅਕ੍ਰੋਸ ਦਾ ਵਾਰ। ਉਸ ਦੇ ਨਾਲ ਕੀ ਹੈ, ਕੱਪੜੇ ਦੇ ਉੱਤੇ ਜਾਂ ਵਾਰ ਦੇ ਉੱਤੇ ਵੈਫਟ ਦਾ ਫਲੋਟ, ਲੰਬਾ ਫਲੋਟ ਆ ਜਾਏਗਾ ਐਂਡ ਗਿਵ ਰਾਈਜ਼ ਦਾ ਫੈਬਰਿਕ ਇਫੈਕਟ ਕਾਲਡ ਸਟਿਚਿੰਗ। ਤੇ ਇਸ ਤਰ੍ਹਾਂ ਦਾ ਜਿਹੜਾ ਲੰਬਾ ਫਲੋਟ ਕੱਪੜੇ ਦੇ ਸਰਫੇਸ ਦੇ ਉੱਤੇ ਆ ਜਾਂਦਾ ਉਸ ਨੂੰ ਅਸੀਂ ਸਟਿਚਿੰਗ ਕਹਿੰਦੇ ਹਾਂ। ਸਟਿਚਿੰਗ ਇਜ਼ ਸਮਟਾਈਮਸ ਕਾਜ਼ਡ ਬਾय ਸ਼ਟਲ ਫਲਾਈਂਗ। ਕਈ ਵਾਰੀ ਇਹ ਲੰਬਾ ਵੈਫਟ ਦਾ ਫਲੋਟ ਜਿਸ ਨੂੰ ਅਸੀਂ ਸਟਿਚਿੰਗ ਕਰਨੇ ਆ ਇਹ ਵੀ ਆ ਜਾਂਦਾ ਵਿਦ ਜਾਂ ਸ਼ਟਲ ਫਲਾਈ ਕਰ ਜੇ ਕਿਸੇ ਵਜ੍ਹਾ ਕਰਕੇ। ਵਾਰ ਥ੍ਰੈਡ ਗੈਟ ਬ੍ਰੇਕ ਅਕਰ ਬਿਕੋਜ਼ ਆਫ ਸ਼ਟਲ ਫਲਾਈ। ਇਸ ਸ਼ਟਲ ਫਲਾਈ ਕਰਕੇ ਜਿਹੜੇ ਸਾਡੇ ਵਾਰ ਦੇ ਥ੍ਰੈਡ ਹੈ ਉਹ ਬ੍ਰੇਕ ਹੋ ਜਾਂਦੇ ਨੇ, ਜਿਸ ਕਰਕੇ ਕੱਪੜੇ ਦੇ ਸਰਫੇਸ ਤੇ ਇੱਕ ਲੰਬਾ ਫਲੋਟ ਆ ਜਾਂਦਾ ਜਿਸ ਨੂੰ ਜੋ ਕਿ ਇੱਕ ਸਟਿਚਿੰਗ ਦੇ ਵਾਂਗ ਹੀ ਹੁੰਦਾ। ਉਹ ਕਹਿ ਰਿਹਾ ਕਾਜ਼ਸ ਆਫ ਜੈਕ ਮਿਸਿੰਗ। ਜੈਕ ਦਾ ਮਿਸ ਹੋਣਾ ਡੋਬੀ ਵੀਵਿੰਗ ਦੇ ਵਿੱਚ ਇੱਕ ਸਭ ਤੋਂ ਵੱਡਾ ਫਾਲਟ ਹੈ। ਇਹ ਕਿਉਂ ਆ ਸਕਦਾ ਹੈ? ਬੈਂਡ ਵੁਡਨ ਪੈਗ ਇਨ ਏ ਲੈਗ। ਜਿਹੜੀ ਡੋਬੀ ਦੀ ਲੰਬੀ ਲੈਟਸ ਚੇਨ ਹੁੰਦੀ ਹੈ, ਲੈਗ ਚੇਨ ਹੁੰਦੀ ਹੈ, ਉਸ ਦੇ ਵਿੱਚ ਅਸੀਂ ਵੁਡਨ ਪੈਗ, ਲੱਕੜੀ ਦੇ ਛੋਟੇ ਛੋਟੇ ਪੈਗ ਉਸ ਦੇ ਹੋਲ ਦੇ ਵਿੱਚ ਫਿੱਟ ਕਰਦੇ ਹਾਂ। ਅਗਰ ਕਿਸੇ ਵਜ੍ਹਾ ਕਰਕੇ ਉਹ ਹੀ ਬੈਂਡ ਹੋ ਜੇ ਤਾਂ ਵੀ ਇਹ ਜੈਕ ਮਿਸਿੰਗ ਹੋ ਸਕਦੀ ਹੈ। ਵੁਡਨ ਪੈਗ ਇਜ਼ ਵੋਰਨ ਆਊਟ। ਅਗਰ ਕਿਸੇ ਵਜ੍ਹਾ ਕਰਕੇ ਜਿਹੜਾ ਅਸੀਂ ਵੁਡਨ ਪੈਗ ਲੈਟਸ ਦੇ ਹੋਲ ਦੇ ਵਿੱਚ ਅਸੀਂ ਫਿੱਟ ਕਰਦੇ ਹਾਂ, ਅਗਰ ਕਿਸੇ ਵਜ੍ਹਾ ਕਰਕੇ ਉਹ ਘਿਸ ਜਾਵੇ, ਵੋਰਨ ਆਊਟ ਹੋ ਜਾਏ ਤਾਂ ਤਦ ਵੀ ਜੈਕ ਮਿਸਿੰਗ ਹੋ ਸਕਦੀ ਹੈ। Spacing between the leg should be uniform and cylinder should be positioned below the filler in a perpendicular manner. If the legs are not spaced properly, more filler may be lifted, causing the lifting of improper jack। ਉਹ ਕਹਿੰਦਾ ਪਿਆ ਜਿਹੜੀ ਅਸੀਂ ਲੈਟਸ ਦੀ ਚੇਨ ਜਿਹੜੀ ਅਸੀਂ ਬੈਰਲ ਦੇ ਉੱਤੇ ਚੜਾਉਂਦੇ ਆ ਉਹਨਾਂ ਦੇ ਵਿੱਚ ਜਿਹੜੀ ਲੈਗ ਦੇ ਵਿੱਚ ਜਿਹੜੀ ਸਪੇਸਿੰਗ ਹੈ ਦੈਟ ਸ਼ੁੱਡ ਬੀ ਯੂਨੀਫਾਰਮ। ਉਹ ਇੱਕੋ ਜਿਹੇ ਸਪੇਸ ਤੇ ਅਟੈਚ ਹੋਣੇ ਚਾਹੀਦੇ। ਇਹ ਨਹੀਂ ਹੋਣਾ ਕਿ ਕਿਤੇ ਜ਼ਿਆਦਾ ਹੋ ਜਾਏ ਤੇ ਕਿਤੇ ਘੱਟ ਹੋ ਜਾਏ। ਉਹ ਇਕੁਅਲ ਡਿਸਟੈਂਸ ਤੇ ਜਿਹੜੇ ਲੈਗਸ ਹੈ ਉਹ ਅਟੈਚ ਹੋਣੇ ਚਾਹੀਦੇ ਨੇ। ਅਗਰ ਕਿਸੇ ਵਜ੍ਹਾ ਕਰਕੇ ਅਗਰ ਉਹ ਲੈਗਸ ਪ੍ਰੋਪਰਲੀ ਸਪੇਸ ਨਹੀਂ ਹੋਏ ਤਾਂ ਉਹਦੇ ਨਾਲ ਕੀ ਹੈ, ਮੋਰ ਫੀਲਰ ਮੇ ਬੀ ਲਿਫਟਿਡ ਕਾਜ਼ਿੰਗ ਲਿਫਟਿੰਗ ਆਫ ਇੰਪ੍ਰੋਪਰ ਜੈਕ। ਤਾਂ ਉਸ ਦੇ ਨਾਲ ਕੀ ਹੈ, ਜ਼ਿਆਦਾ ਫੀਲਰ, ਕਿਉਂਕਿ ਜਿਹੜਾ ਬੈਰਲ ਹੈ ਉਹ ਫੀਲਰ ਦੇ ਨੀਚੇ ਵਰਕ ਕਰਦਾ ਹੈ, ਰੋਟੇਟ ਕਰਦਾ, ਤੇ ਉਸ ਬੈਰਲ ਦੇ ਉੱਤੇ ਅਸੀਂ
लैग की चेन चढ़ाई होंगी, लैटिस चेन होंगी है। अगर किसी वजह करके अगर लैग प्रॉपर डिस्टेंस मेनटेन नहीं किया, अगर प्रॉपर काम नहीं करेगा तो उसके नाल की होएगा, मोर फीलर लिफ्ट हो जाएंगे। फीलर लिफ्ट होंगे तो लिफ्टिंग ऑफ इम्प्रॉपर जैक, ਜਿਹੜੇ जैक सानू लिफ्ट नहीं चाहिए वो भी लिफ्ट हो जाएंगे इम्प्रॉपर, तो उसके नाल भी कपड़े के डिफेक्ट आना शुरू हो जाएगा, फ्लोट आना शुरू हो जाएगा। पैटर्न बैरल इन विच वुडन लैग रोटेट शुड नॉट मूव लैटरनली। ਜਿਹੜਾ ਪੈਟਰਨ ਬੈਰਲ ਜਿਹਦੇ ਉੱਤੇ ਅਸੀਂ ਵੁਡਨ ਲੈਗ ਰੋਟੇਟ ਹੁੰਦੀ ਹੈ, ਇਟ ਸ਼ੁਡ ਨਾਟ ਮੂਵ ਲੈਟਰਨਲੀ, ਮੀਨਸ ਉਹਦੀ ਜਿਹੜੀ ਮੂਵਮੈਂਟ ਹੈ ਦੈਟ ਸ਼ੁਡ ਬੀ ਯੂਨੀਫਾਰਮ, ਬੈਲੈਂਸ ਦੀ ਹੋਣੀ ਚਾਹੀਦੀ। ਇਹ ਨਹੀਂ ਹੋਣਾ ਚਾਹੀਦਾ ਕਿ ਕਿਸੇ ਸਾਈਡ ਤੋਂ ਡਾਊਨ ਪੋਜੀਸ਼ਨ ਤੇ ਹੋਵੇ ਤੇ ਕਿਸੇ ਸਾਈਡ ਤੋਂ ਅਪ ਪੋਜੀਸ਼ਨ ਤੇ ਹੋਵੇ, ਉਹ ਇਕੁਅਲ ਲੈਵਲ ਡਿਸਟੈਂਸ ਤੇ ਹੋ ਕੇ ਰੋਟੇਟ ਕਰਨਾ ਚਾਹੀਦਾ ਹੈ। ਨੀਡਲ ਆਪਰੇਟਿੰਗ ਹੁੱਕ may get stuck and jack is missing and wood oiling is required। ਹੁਣ ਟੌਪ ਹੁਕਸ ਨੂੰ ਆਪਰੇਟ ਕਰਨ ਲਈ ਨੀਡਲਸ ਲੱਗੀਆਂ ਹੁੰਦੀਆਂ, ਨੀਡਲ ठीक है। अगर नीडल किसी वजह करके स्ट्रक हो जाए, ਉਹਦੀ प्रॉपर मूवमेंट ना हो पाए तो उस करके भी जैक मिसिंग हो सकती है। वुडन पैग मे बी ब्रोकन एंड द जैक इज मिसिंग। अगर किसी वजह करके साडा वुडन पैग ਜਿਹੜਾ ਅਸੀਂ ਲੈਟਸ ਦੇ ਹੋਲ ਦੇ ਵਿੱਚ ਫਿੱਟ ਕਰਦੇ ਹਾਂ, अगर किसी वजह करके ਉਹ ਟੁੱਟ ਜਾਵੇ तद भी जैक मिसिंग हो सकती है। द हुक may come off from the knife in the middle of stroke causing jack missing। अगर किसी वजह करके, क्योंकि ਜਿਹੜਾ ਸਾਡਾ जैक लीवर लिफ्ट ਹੁੰਦਾ ਹੈ ਉਹਨੂੰ खिच की मूवमेंट बनती है जो साडा नाइफ हुक्स के नाल इंगेज हो जाता है। अगर किसी वजह करके साडा जड़ा हुक ते नाइफ अगर किसी वजह करके वो स्लिप हो जाए तद भी उस वजह करके भी साडी जड़ी है जैक मिसिंग हो सकती है, और इस दे नाल कपड़े के डिफेक्ट क्रिएट हो सकता है, जिस करके असीं कह सकते हैं दिस इज द मेन फॉल्ट ऑफ द डॉबी वीविंग। सो मैनू उम्मीद है कि तुहानू मेरे वालों दिता लैक्चर समझ आ गया होगा। अगर किसी वजह करके तुहानू कुछ भी नहीं समझ लगा होगा तो तुसीं मैनू पूछ सकते हो। थैंक यू।